हाँ जी राजेश जी, की मामला है बैंक का जो तुसी अज इन्ने परेशान घूम रहे हो 1 महीने तो। मामला ये है जी। साडा एक अकाउंट है जी एक्सिस बैंक बरनाला रोड ब्रांच के अंदर 2 तरीक ਨੂੰ ਕਿਸੇ ਨੂੰ ਅਸੀਂ ਪੇਮੈਂਟ ਭੇਜੀ ਸੀ ਹਨੂਮਾਨਗੜ੍ਹ 30,000 ਰੁਪਏ ਦੀ। ਬਟ ਉਹ ਅੱਜ ਤੱਕ ਕੰਪਲੇਂਟ ਪਾਈ ਵੀ ਹੋਈ ਹੈ। ਉਹ ਅੱਜ ਤੱਕ ਜੋ ਹੈ ਪੈਸਾ ਉੱਥੇ ਨਹੀਂ ਪਹੁੰਚਿਆ ਪਾਰਟੀ ਨੂੰ, ਔਰ ਨਾ ਹੀ ਮੇਰੇ ਅਕਾਊਂਟ 'ਚ ਵਾਪਸ ਰਿਫੰਡ ਆਇਆ। ਅਸੀਂ 2 ਤਰੀਕ ਸ਼ਾਮ ਨੂੰ ਟੈਲੀਫੋਨਿਕ ਐਕਸਿਸ ਬੈਂਕ ਨੂੰ ਕੰਪਲੇਂਟ ਰੇਜ਼ ਕਰਵਾਈ ਸੀ ਵੀ ਇਹ ਪੈਸਾ ਨਹੀਂ ਪਹੁੰਚਿਆ। ਉਹਨਾਂ ਨੇ 6 ਤਰੀਕ ਤੱਕ ਵੇਟ ਕਰਨ ਵਾਸਤੇ ਸਾਨੂੰ ਕਿਹਾ ਸੀ। 6 ਤਰੀਕ ਨੂੰ ਮੈਂ ਜਦੋਂ ਦੁਬਾਰਾ ਕਾਲ ਕੀਤੀ ਤਾਂ ਉਹ ਕਹਿੰਦੇ ਜੀ 15 ਦਿਨ ਵੇਟ ਕਰੋ। ਮੈਂ फ़ोन ਕੱਟ ਕੇ ਬ੍ਰਾਂਚ 'ਚ ਗਿਆ। ਉੱਥੇ ਆਪਰੇਸ਼ਨ ਹੈਡ ਹੈ ਜੀ ਅਮਨ ਜੀ, ਉਹਨਾਂ ਨਾਲ ਮਿਲਿਆ। ਉਹਨਾਂ ਨੇ 6 ਤਰੀਕ ਨੂੰ ਆਪਣੇ ਐਂਡ ਤੇ ਇੱਕ ਕੰਪਲੇਂਟ ਰੇਜ਼ ਕੀਤੀ ਸੀ ਜੀ। ਆਹ ਕੰਪਲੇਂਟ ਦੀ ਕਾਪੀ ਹੈ ਮੇਰੇ ਕੋਲ। ਉਹ ਕੰਪਲੇਂਟ ਰੇਜ਼ ਕਰਨ ਤੋਂ ਬਾਅਦ 7 ਤਰੀਕ ਨੂੰ ਬੈਂਕ ਨੇ ਆਟੋਮੈਟਿਕ ਉਹ ਕੰਪਲੇਂਟ ਕਲੋਜ਼ ਕਰਤੀ ਜੀ। ਬ੍ਰਾਂਚ ਨੇ ਕੀਤੀ ਜਾਂ ਪਿੱਛੋਂ ਉਹਨਾਂ ਕੋਲ ਮੈਸੇਜ ਆਇਆ, ਉਹ ਕੰਪਲੇਂਟ ਕਲੋਜ਼ ਹੋ ਗਈ। ਉਹਨਾਂ ਨੇ ਰੀਜ਼ਨ ਇਹ ਲਗਾਇਆ ਜੀ ਜੋ ਕਸਟਮਰ ਹੈ ਉਹਨਾਂ ਨੇ ਟੈਲੀਫੋਨਿਕ ਇੱਕ ਆਨਲਾਈਨ ਕੰਪਲੇਂਟ ਪਾ ਰੱਖੀ ਹੈ, ਅਸੀਂ ਉਹਨੂੰ ਫੋਲੋ ਕਰਾਂਗੇ, ਇਹ ਕੰਪਲੇਂਟ ਤੁਹਾਡੀ ਕਲੋਜ਼ ਕਰ ਰਹੇ ਹਾਂ। ਲੇਕਿਨ ਉਹਦੇ ਬਾਵਜੂਦ ਮੇਰੇ ਕੋਲ ਕੋਈ ਬੈਂਕ ਦੀ ਤਰਫੋਂ ਕੋਈ ਰਿਪਲਾਈ ਨਹੀਂ ਆਇਆ, ਕੋਈ ਮੈਸੇਜ ਨਹੀਂ ਆਇਆ, ਨਾ ਹੀ ਮੇਰਾ ਪੈਸਾ ਆਇਆ। ਮੈਂ ਉਹਦੇ ਬਾਵਜੂਦ ਵੀ ਬੈਂਕ ਮੈਨੇਜਰ ਨੂੰ ਔਰ ਆਪਰੇਸ਼ਨ ਹੈਡ ਅਮਨ ਨੂੰ 3-4 ਵਾਰ ਮਿਲਿਆ। ਉਹਨਾਂ ਨੇ ਕਿਹਾ ਜੀ ਪਾ ਰੱਖੀ ਹੈ ਕੰਪਲੇਂਟ, ਪਾ ਰੱਖੀ ਹੈ, ਮੈਂ ਦੁਬਾਰਾ ਰੇਜ਼ ਕਰ ਦਿੰਦਾ, ਲੇਕਿਨ ਉਹਦਾ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ। ਉਹਦੇ ਬਾਅਦ 26 ਤਰੀਕ ਨੂੰ ਮੈਂ ਬੈਂਕ 'ਚ ਗਿਆ ਤਾਂ ਅਮਨ ਜੀ ਨੇ ਚੈੱਕ ਕਰਕੇ ਇੱਕ फ़ोन ਕੀਤਾ ਉੱਪਰ ਬੈਂਕ ਹੈਡ ਆਫਿਸ, ਤਾਂ ਉਹਨਾਂ ਨੇ ਇਹ ਦੱਸਿਆ ਜੀ 19 ਤਰੀਕ ਨੂੰ ਪਾਰਟੀ ਦੇ ਅਕਾਊਂਟ 'ਤੇ ਪੈਸਾ ਕ੍ਰੈਡਿਟ ਹੋ ਗਿਆ। ਉਹਨਾਂ ਨੇ ਮੈਨੂੰ ਜਦੋਂ ਇਹ ਗੱਲ ਕਹੀ ਤਾਂ ਮੈਂ 26 ਤਰੀਕ ਨੂੰ ਉਸੇ ਟਾਈਮ ਜਿਹਨੂੰ ਪੈਸੇ ਭੇਜੇ ਸੀ ਉਹਨਾਂ ਦੀ ਸਟੇਟਮੈਂਟ ਵਾਸਤੇ ਉਹਨਾਂ ਨੂੰ फ़ोन ਕੀਤਾ। ਅੱਧੇ ਘੰਟੇ ਦੇ ਵਿੱਚ ਮੈਂ ਸਟੇਟਮੈਂਟ ਦੇ ਪ੍ਰਿੰਟ ਆਊਟ ਕਢਵਾ ਕੇ ਬ੍ਰਾਂਚ ਦੇ ਅੰਦਰ ਸਬਮਿਟ ਕਰਤੇ। ਅਮਨ ਜੀ ਨੇ ਇਹਦੀ ਅਟੈਚਮੈਂਟ ਲਾ ਕੇ ਔਰ ਮੇਰੀ ਸਟੇਟਮੈਂਟ ਦੀ ਅਟੈਚਮੈਂਟ ਲਗਾ ਕੇ ਬੈਂਕ ਨੂੰ ਦੁਬਾਰਾ ਆਪਣੇ ਐਂਡ ਤੇ ਭੇਜਿਆ ਗਿਆ, ਲੇਕਿਨ ਉਹਦਾ ਵੀ ਆਈ ਥਿੰਕ ਕੋਈ ਰਿਪਲਾਈ ਨਹੀਂ ਆਇਆ ਜੀ। ਬੈਂਕ ਵਾਲੇ ਮੈਨੂੰ फ़ोन ਕਰਦੇ ਆ ਸਿਰਫ ਕਿਸ ਚੀਜ਼ ਵਾਸਤੇ ਜੀ, ਇੱਕ ਇਨਵੈਸਟਮੈਂਟ ਪਲਾਨ ਦੇ ਦਿਓ। ਅਮਨ ਜੀ ਦੀ ਰਿਕਾਰਡਿੰਗ ਮੇਰੇ ਕੋਲ ਪਈ ਹੈ। ਅਮਨ ਜੀ ਮੈਨੂੰ 4 ਵਾਰ ਕਾਲ ਕਰ ਚੁੱਕੇ ਹੈ ਕਿ ਇੱਕ ਹੈਲਥ ਪਲਾਨ ਕਰਨਾ ਹੈ ਜੀ, ਇੱਕ ਤੁਹਾਡੀ ਸਿਪ ਪਾਣੀ ਹੈ ਜੀ। ਮੈਂ ਇਹ ਪੁੱਛਣਾ ਸਿਪ ਪਾ ਕੇ ਜਾਂ ਇਨਵੈਸਟਮੈਂਟ ਪਲਾਨ ਪਾ ਕੇ ਮੈਂ ਕਰਨਾ ਕੀ ਹੈ, ਜਦੋਂ ਮੇਰਾ ਆਪਦਾ ਪੈਸਾ ਮੈਨੂੰ ਬੈਂਕ ਵਾਪਸ ਨਹੀਂ ਦੇ ਰਿਹਾ, ਉਸ ਪੈਸੇ ਦਾ ਪਤਾ ਹੀ ਨਹੀਂ। ਕੱਲ ਨੂੰ ਮੈਂ ਇੱਕ ਇਨਵੈਸਟਮੈਂਟ ਪਲਾਨ ਲੈਣਾ, ਮੈਨੂੰ ਬਾਈ ਦੀ ਵੇ ਕੁਝ ਹੁੰਦਾ ਹੈ, ਮੇਰੇ ਪਰਿਵਾਰ ਨੂੰ ਪੈਸਾ ਕਲੇਮ ਕੌਣ ਦੇਗਾ? ਮੇਰਾ ਪਰਿਵਾਰ ਉੱਥੇ ਭੱਜਦਾ ਰਹੇਗਾ ਬੈਂਕ ਦੇ ਪਿੱਛੇ। ਮੈਨੂੰ ਇਸ ਚੀਜ਼ ਦਾ ਜਵਾਬ ਚਾਹੀਦਾ ਹੈ ਜੀ। ਉਹਦੇ ਬਾਅਦ ਆ LDM ਆਫਿਸ ਹੈ ਜੀ ਇੱਥੇ ਇੱਕ ਰੋੜੀ ਬਾਜ਼ਾਰ ਦੇ ਅੰਦਰ। 2 ਦਿਨ ਪਹਿਲਾਂ ਮੈਂ ਇਹਦੀ ਵੀ ਕੰਪਲੇਂਟ ਰੇਜ਼ ਕਰਵਾਈ ਹੈ। ਉਹਨਾਂ ਨੇ ਬੈਂਕ ਨੂੰ ਮੈਨੂੰ CC ਕਰਕੇ ਇੱਕ ਮੇਲ ਵੀ ਕੀਤੀ ਹੈ ਵੀ ਕਸਟਮਰ ਨੇ ਕੰਪਲੇਂਟ ਪਾਈ ਹੈ, ਲੇਕਿਨ ਇਹਨਾਂ ਨੇ ਹਜੇ ਤਾਈਂ ਕਿਸੇ ਵੀ ਚੀਜ਼ ਦੀ ਕੋਈ ਜਵਾਬ ਕਿਸੇ ਨੂੰ ਨਹੀਂ ਦਿੱਤਾ। ਨਾ LDM ਆਫਿਸ ਨੂੰ ਰਿਪਲਾਈ ਕੀਤਾ, ਨਾ ਕੋਈ ਮੈਨੂੰ ਰਿਪਲਾਈ ਕੀਤਾ। ਉਹਦੇ ਬਾਵਜੂਦ 26 ਤਰੀਕ ਨੂੰ ਦੋਨੋਂ ਸਟੇਟਮੈਂਟ RBI ਨੂੰ ਪਲੱਸ ਐਕਸਿਸ ਬੈਂਕ ਦੇ ਰਿਲੇਸ਼ਨਸ਼ਿਪ ਮੈਨੇਜਰ ਨੂੰ ਵੀ ਅਸੀਂ ਪਾ ਚੁੱਕੇ ਹਾਂ ਵੀ ਸਾਡਾ ਇਹ ਮਸਲਾ ਹੈਗਾ। ਨਾ ਸਾਨੂੰ RBI ਨੇ ਕੋਈ ਜਵਾਬ ਦਿੱਤਾ, ਨਾ ਐਕਸਿਸ ਬੈਂਕ ਨੇ ਕੋਈ ਜਵਾਬ ਦਿੱਤਾ। ਹੁਣ ਮੇਰਾ ਪੈਸਾ, ਮੇਰਾ ਹੱਕ ਮੈਂ ਜਾਣਨਾ ਚਾਹੁੰਦਾ ਕਿ ਕਿੱਥੇ ਹੈ, ਮੈਨੂੰ ਉਹ ਦੱਸਿਆ ਜਾਵੇ। ਜਿਸ ਟਾਈਮ ਤੇ ਤੁਹਾਡੀ ਗੱਲ ਹੋਈ ਸੀ ਅਮਨ ਜੀ ਦੇ ਨਾਲ ਗੱਲ ਹੋਈ ਸੀ ਵੀ ਜੋ ਪੈਸਾ ਹੈ ਉਹ ਦੂਸਰੀ ਪਾਰਟੀ ਦੇ ਅਕਾਊਂਟ ਵਿੱਚ ਜਾ ਚੁੱਕਿਆ, ਉਸ ਤੋਂ ਬਾਅਦ ਸਰ ਤੁਸੀਂ ਕੋਈ ਕੰਪਲੇਨ ਵਗੈਰਾ ਕੋਈ FIR ਵਗੈਰਾ ਕਰਵਾਈ ਹੈ? ਨਹੀਂ, FIR ਨਹੀਂ ਕਰਵਾਈ ਜੀ। ਮੈਨੂੰ FIR ਦਾ ਨਹੀਂ ਪਤਾ ਕਿ ਇਸ ਕੇਸ ਦੇ ਉੱਪਰ FIR ਹੋ ਸਕਦੀ ਹੈ। ਉਹਨਾਂ ਨੇ ਮੈਨੂੰ ਕਿਹਾ ਜੀ ਪਾਰਟੀ ਦੇ ਅਕਾਊਂਟ 'ਚ ਪੈਸਾ ਕ੍ਰੈਡਿਟ ਹੋ ਗਿਆ, ਤਾਂ ਮੇਰਾ ਪਾਰਟੀ ਨੂੰ फ़ोन ਕਰਨਾ ਬੰਦਾ ਸੀ। ਪਾਰਟੀ ਕਹਿੰਦੇ ਮੇਰੇ ਕੋਲ ਪੈਸਾ ਨਹੀਂ ਆਇਆ, ਤਾਂ ਮੈਂ ਉਹਨਾਂ ਨੂੰ ਕਿਹਾ ਜੀ ਸਟੇਟਮੈਂਟ ਨਿਕਲਵਾ ਕੇ ਭੇਜ ਦਿਓ। ਉਹਨਾਂ ਨੇ 26 ਤਰੀਕ ਤੱਕ ਮੈਨੂੰ ਸਟੇਟਮੈਂਟ ਭੇਜੀ, ਜੋ ਅਪਡੇਟ ਸੀਗੀ 26 ਤਰੀਕ ਤੱਕ, ਕਿਉਂਕਿ 26 ਨੂੰ ਮੈਨੂੰ ਬੈਂਕ ਵਾਲੇ ਨੇ ਕਿਹਾ ਵੀ 19 ਤਰੀਕ ਤੋਂ ਪੈਸਾ ਕ੍ਰੈਡਿਟ ਹੋਇਆ। ਉਹਨਾਂ ਨੇ 26 ਤਰੀਕ ਤੱਕ ਮੈਨੂੰ ਆਪਣੀ ਸਾਰੀ ਸਟੇਟਮੈਂਟ ਭੇਜਤੀ। ਇੱਕ ਵੀ ਅਮਾਊਂਟ 30,000 ਰੁਪਏ ਦੀ ਕ੍ਰੈਡਿਟ ਦੀ ਅਮਾਊਂਟ ਹੀ ਨਹੀਂ ਹੈ ਉਹਦੇ ਅਕਾਊਂਟ 'ਚ। ਮੇਨ ਬ੍ਰਾਂਚ 'ਚ ਮਿਲੇ ਤੁਸੀਂ? ਮੈਂ ਮੇਨ ਬ੍ਰਾਂਚ 'ਚ ਗਿਆ ਸੀ ਜੀ, 2-3 ਪਰਸੋਂ ਗਿਆ ਸੀ ਜੀ। ਪਰਸੋਂ ਮੈਂ ਪਹਿਲੇ ਮੇਨ ਬ੍ਰਾਂਚ ਗਿਆ, ਉਹਨਾਂ ਨੂੰ ਮਿਲਿਆ। ਉੱਥੇ ਵੀ ਇੱਕ ਆਪਰੇਸ਼ਨ ਹੈਡ ਬੈਠਾ, ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ। ਉਹਨਾਂ ਨੇ ਮੈਨੂੰ, ਮੈਂ ਕਿਹਾ ਜੀ ਉਹ ਬੰਦੇ ਕੰਮ ਨਹੀਂ ਕਰਦੇ, ਮੈਂ ਤੁਹਾਡੇ ਕੋਲ ਆਇਆ, ਸ਼ਾਇਦ ਤੁਸੀਂ ਮੇਰਾ ਕੋਈ ਕੰਮ ਕਰ ਦਿਓ। ਕਹਿੰਦੇ ਜੀ ਇਹ ਕੰਪਲੇਂਟ ਰੇਜ਼ ਹੋ ਚੁੱਕੀ ਹੈ, ਬੈਂਕ ਹੀ ਰਿਪਲਾਈ ਕਰੇਗਾ, ਅਸੀਂ ਜਦ ਤੱਕ ਪਿੱਛੋਂ ਰਿਪਲਾਈ ਨਹੀਂ ਆਉਂਦਾ ਅਸੀਂ ਤੁਹਾਨੂੰ ਕੋਈ ਰਿਪਲਾਈ ਨਹੀਂ ਕਰ ਸਕਦੇ, ਸਾਡੇ ਹੱਥ 'ਚ ਕੁਝ ਵੀ ਨਹੀਂ ਹੈ। ਉਹਨਾਂ ਨੇ ਮੈਨੂੰ ਇਹ ਗੱਲ ਕਹੀ। ਉਹਦੇ ਬਾਵਜੂਦ ਮੈਂ ਹੁਣ ਤੁਹਾਡੇ ਕੋਲ ਆਇਆ ਜੀ, ਤੁਹਾਡੇ ਰਾਹੀਂ ਦੇਖਨੇ ਜੀ ਇਹਦਾ ਕੀ ਮਸਲਾ ਹੱਲ ਹੋ ਸਕਦਾ। ਸਰ ਤੁਹਾਡੇ ਨਾਲ ਇਹ ਫਸਟ ਟਾਈਮ ਹੋਇਆ ਜਾਂ ਇਸ ਤੋਂ ਪਹਿਲਾਂ ਵੀ ਕੋਈ ਬੈਂਕ ਵੱਲੋਂ ਪ੍ਰੋਬਲਮ ਕ੍ਰੀਏਟ ਹੋਈ ਹੈ? ਇਹ ਬੈਂਕ ਵੱਲੋਂ ਜੀ ਜਦੋਂ ਅਕਾਊਂਟ ਓਪਨ ਹੋਇਆ ਸੀ ਲਗਭਗ 6 ਮਹੀਨੇ ਪਹਿਲੇ
ਅਕਾਊਂਟ ਓਪਨ ਤੋਂ 8 ਦਿਨ ਬਾਅਦ ਮੇਰਾ ਅਕਾਊਂਟ ਫ੍ਰੀਜ਼ ਕਰਤਾ ਸੀ ਇਹਨਾਂ ਨੇ। ਫ੍ਰੀਜ਼ ਕਰਨ ਦਾ ਰੀਜ਼ਨ ਇਹ ਸੀ, ਅਕਾਊਂਟ ਓਪਨਿੰਗ ਦੇ ਟਾਈਮ ਇਹ ਫਸਟ ਇੱਕ ਚੈੱਕ ਲੈਂਦੇ ਹੈ ਦੂਸਰੇ ਬੈਂਕ ਦਾ, ਜੋ ਫਸਟ ਟ੍ਰਾਂਜੈਕਸ਼ਨ ਹੁੰਦੀ ਹੈ ਇਹਨਾਂ ਦੀ। ਉਹ ਚੈੱਕ ਦੇ ਉੱਤੇ ਸਾਡੇ ਤੋਂ ਡੇਟ ਗਲਤ ਮੈਂਸ਼ਨ ਹੋ ਗਈ ਸੀ, ਉਹਦੇ ਤੇ ਡੇਟ ਗਲਤ ਹੋਣ ਕਰਕੇ ਚੈੱਕ ਬਾਉਂਸ ਹੋ ਗਿਆ। ਬਾਉਂਸ HDFC ਦਾ ਚੈੱਕ ਸੀ, ਬਾਉਂਸ ਹੋਣ ਬਾਅਦ ਚੈੱਕ ਇਹਨਾਂ ਦੀ ਬ੍ਰਾਂਚ 'ਚ ਆ ਗਿਆ। ਇਹਨਾਂ ਦੀ ਕੋਲ ਆਈ ਜੀ ਚੈੱਕ ਬਾਉਂਸ ਹੋ ਗਿਆ। ਮੈਂ ਕਿਹਾ ਤੁਸੀਂ ਕੈਸ਼ ਲੈ ਕੇ ਅਕਾਊਂਟ ਓਪਨ ਕਰ ਦਿਓ। ਕੈਸ਼ ਨਾਲ ਅਕਾਊਂਟ ਓਪਨ ਹੋ ਗਿਆ। ਚੈੱਕ ਇਹਨਾਂ ਕੋਲ ਸੀ। ਮੈਂ ਕਿਹਾ ਜੀ ਚੈੱਕ, ਕਹਿੰਦੇ ਜੀ ਬਾਈ ਕੋਰੀਅਰ ਆਏਗਾ ਜੀ ਤੁਹਾਡੇ ਕੋਲ। ਇਹਨਾਂ ਨੇ ਬਾਈ ਕੋਰੀਅਰ ਭੇਜਿਆ। ਚੈੱਕ ਇਹਨਾਂ ਕੋਲ ਜਦੋਂ ਪਹੁੰਚਿਆ ਸੀ, ਇਹਨਾਂ ਨੇ ਚੈੱਕ ਨੂੰ ਸਕੈਨ ਨਹੀਂ ਕੀਤਾ ਜੀ। ਇਹਨਾਂ ਨੂੰ ਸਕੈਨ ਕਰਨ ਦੀ ਜ਼ਰੂਰਤ ਸੀ ਜਾਂ ਨਹੀਂ ਸੀ ਮੈਨੂੰ ਨਹੀਂ ਪਤਾ। ਚੈੱਕ ਸਾਡੇ ਇਹਦੇ ਆਧਾਰ ਕਾਰਡ ਦੇ ਉੱਪਰ ਇੱਕ ਗਾਉਂ ਦਾ ਐਡਰੈਸ ਹੈ ਜੀ, ਓਡਾ ਗਾਉਂ ਦਾ। ਉੱਥੇ ਕੋਰੀਅਰ ਦੀ ਸਪੀਡ ਥੋੜੀ ਸਲੋ ਹੈ। ਇਹਨਾਂ ਨੇ ਕੋਰੀਅਰ ਕੱਢਤਾ। 3 ਦਿਨਾਂ ਬਾਅਦ ਮੈਨੂੰ ਫੋਨ ਕਰਦੇ ਜੀ ਉਹ ਚੈੱਕ ਤੁਹਾਡੇ ਕੋਲ ਪਹੁੰਚ ਗਿਆ। ਮੈਂ ਕਿਹਾ ਨਹੀਂ ਹਜੇ ਨਹੀਂ ਪਹੁੰਚਿਆ। ਤਾਂ ਕਹਿੰਦੇ ਜੀ ਚੈੱਕ ਚਾਹੀਦਾ, ਸਕੈਨ ਕਰਨਾ ਸੀ। ਮੈਂ ਕਿਹਾ ਆਏਗਾ ਤਾਂ ਮੈਂ ਦੇ ਦੂੰਗਾ ਜੀ। ਉਹ ਚੈੱਕ ਨਹੀਂ ਪਹੁੰਚਿਆ। ਉਹਦੇ ਬਾਅਦ ਉਸ ਰੀਜ਼ਨ ਲਗਾ ਕੇ ਇਹਨਾਂ ਨੇ ਮੇਰੇ ਅਕਾਊਂਟ ਨੂੰ ਫ੍ਰੀਜ਼ ਕਰਤਾ। ਦੇਖੋ ਚੈੱਕ ਇਹਨਾਂ ਕੋਲ ਸੀਗਾ, ਅਗਰ ਇਹਨਾਂ ਨੇ ਉਹਨੂੰ ਸਕੈਨ ਕਰਨਾ ਸੀ ਜਾਂ ਜੋ ਵੀ ਫਾਰਮੈਲਿਟੀ ਸੀ, ਡਾਕੂਮੈਂਟ ਸੀ, ਉਹ ਕਰਨੀ ਚਾਹੀਦੀ ਸੀ। ਉਹਦੇ ਬਾਅਦ ਮੈਨੂੰ ਪਤਾ ਨਹੀਂ ਮੇਰਾ ਅਕਾਊਂਟ ਫ੍ਰੀਜ਼ ਹੈ। ਮੈਂ ਕੈਸ਼ ਡਿਪੋਜ਼ਿਟ ਕਰਾਇਆ ਜੀ 2.25 ਲੱਖ ਰੁਪਏ। ਕੈਸ਼ੀਅਰ ਨੇ ਬੜੇ ਆਰਾਮ ਨਾਲ ਲਿੱਤਾ, ਉਹਨੇ ਦੱਸਿਆ ਨਹੀਂ ਜੀ ਤੁਹਾਡਾ ਅਕਾਊਂਟ ਫ੍ਰੀਜ਼ ਹੈ। ਸ਼ਾਮ ਨੂੰ ਮੈਂ ਉਹਦੀ ਕ੍ਰੈਡਿਟ ਕਾਰਡ ਦੀ ਪੇਮੈਂਟ ਟ੍ਰਾਂਸਫਰ ਕਰਨੀ ਸੀ। ਜਦੋਂ ਟ੍ਰਾਂਸਫਰ ਕਰ ਰਿਹਾ ਤਾਂ ਉਹਦੇ ਤੇ ਐਰਰ ਆ ਰਿਹਾ ਜੀ ਤੁਹਾਡਾ ਅਕਾਊਂਟ ਫ੍ਰੀਜ਼ ਹੋ ਚੁੱਕਿਆ ਹੈ। ਉਹਨੂੰ ਖੋਲ੍ਹਣ ਲੱਗੇ 28 ਦਿਨ ਲੱਗ ਗਏ ਜੀ। ਚੈੱਕ ਆਇਆ, ਮੈਂ ਚੈੱਕ ਦੁਬਾਰਾ ਸਬਮਿਟ ਕੀਤਾ ਇਹਨਾਂ ਨੂੰ। ਇਹਨਾਂ ਨੇ ਸਕੈਨ ਕਰਕੇ ਅੱਗੇ ਹੈਂਡ ਟੂ ਹੈਂਡ ਭੇਜਤਾ, ਲੇਕਿਨ ਉਹਦੇ ਬਾਵਜੂਦ ਵੀ ਇਸ ਪ੍ਰੋਸੈਸ ਨੂੰ ਲਗਭਗ ਇਹਨਾਂ ਨੇ 16-17 ਦਿਨ ਲਗਾਤੇ ਜੀ। ਔਰ ਮੈਨੂੰ ਕ੍ਰੈਡਿਟ ਕਾਰਡ ਦੀ ਪੈਨਲਟੀ ਪੇ ਕਰਨੀ ਪਈ ਹੈ ਲਗਭਗ 1900 ਰੁਪਏ। ਉਹ ਕੌਣ ਦੇਗਾ ਜੀ? ਮੈਂ ਉਸ ਟਾਈਮ ਵੀ ਚੁੱਪ ਕਰ ਗਿਆ, ਚਲੋ ਜੀ ਬਾਈ ਮਿਸਟੇਕ ਹੋ ਗਿਆ ਜਾਂ ਜੋ ਵੀ ਹੈ, ਪਰ ਮੈਂ ਕਦੋਂ ਤੱਕ ਭੁਗਤਾਂ? ਆ ਲਾਸਟ ਮੇਰੀ ਇੱਕ ਕ੍ਰੈਡਿਟ ਕਾਰਡ ਦੀ ਪੇਮੈਂਟ ਸੀਗੀ 70,000 ਰੁਪਏ ਦੀ। ਮੈਂ ਆਨਲਾਈਨ ਟ੍ਰਾਂਸਫਰ ਕੀਤੀ ਹੈ ਜੀ HDFC ਕ੍ਰੈਡਿਟ ਕਾਰਡ ਨੂੰ। ਉਹਦੇ ਵਿੱਚ ਵੀ ਮੈਨੂੰ ਪੈਨਲਟੀ ਭਰਨੀ ਪਈ। ਇਹਨਾਂ ਨੇ ਲਗਭਗ 18 ਦਿਨ ਬਾਅਦ ਪੈਸੇ ਭੇਜੇ ਜੀ, ਅੱਗੇ ਟ੍ਰਾਂਸਫਰ ਹੋਈ ਹੈ। ਉਹ ਵੀ ਇਹਨਾਂ ਨੂੰ, ਅਮਨ ਜੀ ਨੂੰ ਕਹਿਣ ਤੋਂ ਬਾਅਦ। ਔਰ HDFC ਦੇ ਚੱਕਰ ਦਾ, HDFC ਨੇ ਤਾਂ ਆਪਣਾ ਕੰਮ ਕਰਤਾ ਸੀ, ਲੇਕਿਨ ਐਕਸਿਸ ਬੈਂਕ ਵਾਲੇ ਬਿਲਕੁਲ ਵੀ ਕੋਈ ਰਿਪਲਾਈ ਨਹੀਂ ਕਰਦੇ ਜੀ ਜਲਦੀ। ਮੈਂ ਤੀਸਰੀ ਵਾਰ ਹੈ ਜੀ ਹੁਣ ਮੈਂ ਇੰਨਾ ਹਰਾਸ ਹੋ ਰਿਹਾ। ਮੈਂ ਅਕਾਊਂਟ ਬੰਦ ਕਰਨਾ ਚਾਹੁੰਦਾ, ਲੇਕਿਨ ਬੰਦ ਕਰਨ ਤੋਂ ਪਹਿਲਾਂ ਮੈਂ ਆਪਣਾ ਪੈਸਾ ਵਾਪਸ ਲੈਣਾ ਚਾਹੁੰਦਾ ਇਹਨਾਂ ਤੋਂ, ਵੀ ਮੇਰਾ ਜਿਹੜਾ 30,000 ਰੁਪਇਆ ਫਸਿਆ ਹੋਇਆ ਉਹ ਮੈਨੂੰ ਵਾਪਸ ਦਿਓ।